ਹਾਈ ਲੈਵਲ ਮੀਟਿੰਗ ਦੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਹਾਈ ਲੈਵਲ ਮੀਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਪਹੁੰਚੇ ਨੇ ਸੀਡੀਐਸ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਅਨਿਲ ਚੌਹਾਨ ਤੇ ਤਿੰਨੇ ਸੈਨਾ ਮੁਖੀ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਮੌਜੂਦ ਨੇ। ਭਾਰਤ ਪਾਕ ਡੀਜੀਐਮਓ ਦੇ ਵਿਚਾਲੇ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਹੁਣ ਤੋਂ ਠੀਕ 1 ਘੰਟੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਦੇ ਵਿਚਾਲੇ ਵੀ ਗੱਲਬਾਤ ਹੋਵੇਗੀ। ਬੈਠਕ ਤੋਂ ਬਾਅਦ 2:30 ਵਜੇ ਭਾਰਤ ਦੇ ਡੀਜੀਐਮਓ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਹ ਬਿਲਕੁਲ ਸਪਸ਼ਟ ਹੋਵੇਗਾ ਕਿ ਅੱਜ ਦੀ ਗੱਲਬਾਤ ਦੇ ਦੌਰਾਨ ਕੀ ਕੋਈ ਚਰਚਾ ਹੋਈ ਹੈ, ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ। ਜੰਗਬੰਦੀ ਵਾਲਾ ਫੈਸਲਾ ਅੱਗੇ ਵੀ ਬਰਕਰਾਰ ਰਹੇਗਾ, ਅੱਗੇ ਵੀ ਜਾਰੀ ਰਹੇਗਾ। ਇਹ ਸਭ ਬਾਰੇ ਡੀਜੀਐਮ ਦੇ ਵੱਲੋਂ ਬਕਾਇਦਾ ਜਾਣਕਾਰੀ ਦਿੱਤੀ ਜਾਵੇਗੀ। ਤਾਂ ਇਸ ਦੇ ਵਿਚਾਲੇ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਹਾਈ ਲੈਵਲ ਮੀਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਦਰਅਸਲ ਸੀਡੀਐਸ ਅਨਿਲ ਚੌਹਾਨ ਪਹੁੰਚੇ ਨੇ। ਤਿੰਨੇ ਸੈਨਾ ਮੁਖੀ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਮੌਜੂਦ ਨੇ ਕਿਉਂਕਿ ਕੱਲ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਅਹਿਮ ਮੀਟਿੰਗ ਹੋਈ ਸੀ। ਤਾਂ ਉੱਥੇ ਹੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ। ਕੱਲ ਵੀ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ। ਕੱਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਵੱਡੀ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਸਖਤ ਸੰਦੇਸ਼ ਵੀ ਦਿੱਤਾ ਗਿਆ ਸੀਗਾ ਕਿ ਜੇਕਰ ਪਾਕਿਸਤਾਨ ਹਿਮਾਕਤ ਕਰੇਗਾ, ਜੇਕਰ ਗੋਲੀ ਚਲਾਵੇਗਾ ਤਾਂ ਉਸ ਦਾ ਜਵਾਬ ਗੋਲੇ ਦੇ ਨਾਲ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਵੱਲੋਂ ਕੱਲ ਦੀ ਮੀਟਿੰਗ ਦੇ ਵਿੱਚ ਸਖਤ ਸੰਦੇਸ਼ ਵੀ ਦਿੱਤਾ ਜਾਂਦਾ ਹੈ। ਤਾਂ ਜਦੋਂ ਅੱਜ ਠੀਕ 12 ਵਜੇ ਯਾਨੀ ਕਿ ਹੁਣ ਤੋਂ ਠੀਕ 1 ਘੰਟੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਦੇ ਵਿਚਾਲੇ ਬਹੁਤ ਅਹਿਮ ਗੱਲਬਾਤ ਹੋਣ ਜਾ ਰਹੀ ਹੈ ਕਿਉਂਕਿ ਪੂਰੇ ਦੇਸ਼ ਦੀਆਂ ਨਜ਼ਰਾਂ, ਪੰਜਾਬ ਵਾਸੀਆਂ ਦੀਆਂ ਨਜ਼ਰਾਂ, ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਨਜ਼ਰਾਂ ਉਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਅੱਜ ਦੀ ਗੱਲਬਾਤ ਦੇ ਦੌਰਾਨ ਕੀ ਬਣੇਗਾ। ਕੀ ਜੰਗਬੰਦੀ ਪੱਕੀ ਜਾਰੀ ਰਹੇਗੀ? ਕੀ ਜੰਗਬੰਦੀ ਦਾ ਫੈਸਲਾ ਬਰਕਰਾਰ ਰਹੇਗਾ? ਕਸ਼ਮੀਰ ਵਾਲੇ ਮੁੱਦੇ ਤੇ ਕੀ ਗੱਲਬਾਤ ਅੱਗੇ ਵਧੇਗੀ? ਕਸ਼ਮੀਰ ਵਾਲੇ ਮੁੱਦੇ ਦਾ ਕੀ ਬਣੇਗਾ? ਬਹੁਤ ਤਰੀਕੇ ਦੇ ਸਵਾਲ ਆਮ ਜਨਤਾ ਦੇ ਜ਼ਿਹਨ ਦੇ ਵਿੱਚ ਵੀ ਨੇ। ਤਾਂ ਇਸ ਗੱਲਬਾਤ ਤੋਂ ਬਾਅਦ ਠੀਕ 2:30 ਵਜੇ ਭਾਰਤ ਦੇ ਡੀਜੀਐਮਓ ਬਕਾਇਦਾ ਪ੍ਰੈਸ ਕਾਨਫਰੰਸ ਕਰਨਗੇ ਕੱਲ ਦੀ ਤਰ੍ਹਾਂ ਤੇ ਉਸ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਕਿ ਅੱਜ ਦੀ ਇਸ ਗੱਲਬਾਤ ਦੇ ਦੌਰਾਨ ਕਿਹੜੇ-ਕਿਹੜੇ ਮੁੱਦਿਆਂ ਤੇ ਚਰਚਾ ਹੁੰਦੀ ਹੈ। ਤਾਂ ਇਹ ਅਹਿਮ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਇਹ ਵੱਡੀ ਤੇ ਅਹਿਮ ਹਾਈ ਲੈਵਲ ਮੀਟਿੰਗ ਹੋ ਰਹੀ ਹੈ। ਉਸ ਮੀਟਿੰਗ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚ ਚੁੱਕੇ ਨੇ। ਸੀਡੀਐਸ ਅਨਿਲ ਚੌਹਾਨ ਉਸ ਮੀਟਿੰਗ ਦੇ ਵਿੱਚ ਮੌਜੂਦ ਨੇ। ਤਿੰਨੇ ਸੈਨਾ ਮੁਖੀ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਪਹੁੰਚੇ ਹੋਏ ਨੇ। ਉੱਥੇ ਐਨਐਸਏ ਅਜੀਤ ਡੋਭਾਲ ਵੀ ਪਹੁੰਚ ਚੁੱਕੇ ਨੇ। ਤਾਂ 12 ਵਜੇ ਭਾਰਤ ਦੇ ਪਾਕਿਸਤਾਨ ਦੇ ਡੀਜੀਐਮਓ ਦੇ ਵਿਚਾਲੇ ਜਿੱਥੇ ਕਿ ਗੱਲਬਾਤ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇਹ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਕਿਉਂਕਿ ਕੱਲ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਤੇ ਅੱਜ ਡੀਜੀਐਮਓਸ ਦੇ ਵਿਚਾਲੇ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਹਾਈ ਲੈਵਲ ਮੀਟਿੰਗ ਹੋ ਰਹੀ ਹੈ। ਤਾਂ ਜਿੱਥੇ ਕਿ ਦੁਪਹਿਰ 12 ਵਜੇ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓਸ ਦੇ ਵਿਚਾਲੇ ਅਹਿਮ ਗੱਲਬਾਤ ਹੋਣੀ ਹੈ। ਅੱਜ ਠੀਕ ਦੁਪਹਿਰ 12 ਵਜੇ ਇਹ ਗੱਲਬਾਤ ਬਹੁਤ ਅਹਿਮ ਹੈ ਕਿਉਂਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ। ਖਾਸ ਤੌਰ ਤੇ ਜੇਕਰ ਸਰਹੱਦੀ ਸੂਬਿਆਂ ਦੀ ਗੱਲ ਕਰੀਏ, ਚਾਹੇ ਜੰਮੂ ਕਸ਼ਮੀਰ ਹੈ, ਚਾਹੇ ਪੰਜਾਬ ਹੈ, ਚਾਹੇ ਰਾਜਸਥਾਨ ਹੈ, ਚਾਹੇ ਗੁਜਰਾਤ ਹੈ, ਤਾਂ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਨਜ਼ਰਾਂ ਖਾਸ ਤੌਰ ਤੇ ਟਿਕੀਆਂ ਹੋਈਆਂ ਨੇ ਕਿ ਜੋ ਇਸ ਜੰਗਬੰਦੀ ਤੋਂ ਬਾਅਦ ਚ ਸ਼ਾਂਤੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਪਹਿਲਾਂ ਦੀ ਵਾਂਗ ਹੀ ਨਜ਼ਰ ਆ ਰਹੀ ਹੈ। ਲੋਕ ਕੰਮਾਂ ਕਾਰਾਂ ਤੇ ਜਾ ਰਹੇ ਨੇ ਕਿ ਉਹ ਸ਼ਾਂਤੀ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ, ਕਿ ਉਹ ਸ਼ਾਂਤੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਕਿਉਂਕਿ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਤਰੀਕੇ ਦੇ ਸਵਾਲ ਨੇ ਤੇ ਅੱਜ ਹਰ ਸਵਾਲ ਦਾ ਜਵਾਬ ਮਿਲੇਗਾ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਆਨੰਦ ਜੁੜ ਚੁੱਕੇ ਨੇ। ਸ਼ੰਕਰ, ਜਿੱਥੇ ਕਿ ਠੀਕ 12 ਵਜੇ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓਸ ਦੇ ਵਿਚਾਲੇ ਅਹਿਮ ਗੱਲਬਾਤ ਹੋਣੀ ਹੈ ਤਾਂ ਉੱਥੇ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇਸ ਵੇਲੇ ਹਾਈ ਲੈਵਲ मीटिंग हो रही है, की को जानकारी? देखिए, प्रधानमंत्री आवास पे आज तीनों सेनाओं के चीफ जो है वो पहुंचे हुए हैं और कहा जा सकता है कि इस वक्त में बेहद महत्वपूर्ण बैठक चल रही है। महत्वपूर्ण जो बैठक का जो आधार है कि आज 12 बजे जो डीजीएमओ की जो आज महत्वपूर्ण बैठक होनी है तो किन किन मसलों को लेकर आगे आज बात का दायरा जो है आगे बढ़ाना है। तो इन तमाम मसलों पर बाकायदा आज बातचीत हो रही है और प्रधानमंत्री नरेंद्र मोदी उन तीनों सेनाओं के चीफ के साथ में बैठ करके बातचीत करेंगे कि किस तरह से कल रात में कुछ अपडेट्स जो हुए हैं खासतौर पे जो पाकिस्तान के साथ में, तो उस बातचीत उस मसले को लेकर आगे बढ़ाने की जो बातचीत है वो आज की जा रही है। तो एक तरफ कह सकते हैं कि आज 12 बजे बेहद महत्वपूर्ण जो एक बैठक है भारतीय सेना के डीजीएमओ और इसके साथ साथ पाकिस्तान सेना के जो सैन्य प्रमुख हैं, डीजीएमओ जो है वहाँ के, तो उनके साथ में आज ये महत्वपूर्ण जो बैठक होनी है। और एक तरह से कहा जा सकता है कश्मीर मसले को लेकर पहले से ही रुख भारत का स्पष्ट कर दिया गया है कि इस मामले में किसी अन्य देश की जो भूमिका है
वो अब कश्मीर मसले पर नहीं मध्यस्थता की जरूरत नहीं है। तो एक तरह से कह सकते हैं कि इस मामले पे भारत सरकार का जो रुख है वो पहले से स्पष्ट कर दिया गया है। तो अब आज जो महत्वपूर्ण बैठक होगी, जो बातचीत होगी, इस बात को लेकर होगी कि किस तरह से अभी मौजूदा जो हालात है, जो युद्ध विराम को लेकर जो हालात है, इस बात को लेकर ही आज बातचीत होगी। तो कहा जा सकता है कि आज की बैठक कई मायनों में महत्वपूर्ण है और इस मामले को लेकर आज जिस तरह से भारतीय सेना की जो तीनों भारतीय सेना और भारतीय सेना की तरफ से जो डीजीएम होंगे वो इन तमाम मसलों को रखेंगे। तो आज 12 बजे का वक्त मुकर्रर किया गया है जिसमें कि भारत की तरफ से उन तमाम पक्ष को रखा जाएगा। जी ਬਿਲਕੁਲ ਸ਼ੰਕਰ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਦੋਵੇਂ ਬੈਠਕਾਂ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ, ਜਿੱਥੇ ਕਿ 10 ਤਰੀਕ ਨੂੰ ਦੋਵੇਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਦਾ ਸੀਜ਼ਫਾਇਰ ਦਾ ਫੈਸਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਚ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਤਰੀਕੇ ਦੇ ਸਵਾਲ ਨੇ ਕਿ ਕੀ ਜੰਗ ਵਾਲਾ ਖਤਰਾ ਟਲ ਗਿਆ, ਕਿ ਇਸੇ ਤਰੀਕੇ ਨਾਲ ਜੰਗਬੰਦੀ ਜਾਰੀ ਰਹੇਗੀ। ਤੇ ਉਹਨਾਂ ਸਵਾਲਾਂ ਦਾ ਜਵਾਬ ਵੀ ਅੱਜ ਦੀਆਂ ਇਹਨਾਂ ਦੋਵੇਂ ਬੈਠਕਾਂ ਤੋਂ ਬਾਅਦ ਚ ਦੇਸ਼ ਦੀ ਜਨਤਾ ਨੂੰ ਮਿਲੇਗਾ। देखिए, जिस तरह से भारत और पाकिस्तान के बीच में जो मौजूदा जो जंग जैसी स्थिति बनी हुई थी वो तो सिचुएशन खत्म हो चुका है, लेकिन अभी भी जो बातचीत के माध्यम से भारत अपने तमाम शर्तों के साथ में पाकिस्तान को बताना चाहेगा कि वो प्रमुख कौन कौन सी शर्तें हैं जिसके बाद ये मामला जो है शांत किया जा सकता है या बातचीत के माध्यम से अब आगे की कार्रवाई की जा सकती है। लेकिन उन तमाम शर्तों पर अगर पाकिस्तान नहीं मानता है तो निश्चित तौर से स्थिति तनावपूर्ण बनी रहेगी। तो आज भारत किस तरह से अपने तमाम शर्तों के साथ में आज पाकिस्तान के सामने बातचीत करेगा, ये जानना बेहद महत्वपूर्ण है। देखिए, कल भी प्रधानमंत्री नरेंद्र मोदी के आवास पर बेहद महत्वपूर्ण बैठक हुई थी जिसमें कि तीनों सेना के अध्यक्ष, इसके साथ साथ सीडीएस और केंद्रीय रक्षा मंत्री राजनाथ सिंह, विदेश मंत्री और राष्ट्रीय सुरक्षा सलाहकार कल उस बैठक में थे। लेकिन कल दिन की जो बैठक हुई उसके बाद दिन में और शाम में और इसके साथ साथ रात में कई महत्वपूर्ण मुद्दों पर अपडेट हुआ है। तो वो कौन कौन से मुद्दे हैं जिसमें कल अपडेट हुआ है, तो तमाम मसलों को लेकर आज ठीक है शंकर, फिलहाल ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਤਾਂ ਕਰੀਬ 1 ਘੰਟੇ ਬਾਅਦ ਠੀਕ 12 ਵਜੇ ਭਾਰਤ ਤੇ ਪਾਕਿस्तान ਦੇ ਡੀਜੀਐਮਓਸ ਦੇ एक गर्व से भर देने वाला क्षण है क्योंकि यह कोई साधारण प्रेस कॉन्फ्रेंस नहीं है। मैं बैठा जरूर भारतीय जनता पार्टी के कक्ष में हूं, हेड ऑफिस में हूं, मगर मुझे लगता है मैं केवल एक भारतीय जनता पार्टी के प्रवक्ता के नाते नहीं, केवल भारतीय जनता पार्टी के एक सांसद या कार्यकर्ता के नाते नहीं, एक भारतीय के नाते, एक इंडियन के नाते आज ये प्रेस कॉन्फ्रेंस कर रहा हूं। क्योंकि जिस प्रकार का टेरर डेमोलिशन, जिस प्रकार आतंकवाद का खात्मा बीते कुछ दिनों में हमने भारतवर्ष में देखा है, भारतवर्ष